ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਦਾ ਪਾਰਟ 1 ਕਰਾਂਗੇ। ਜਿਹੜੇ ਵੀ ਸਟੂਡੈਂਟ ਪੰਜਾਬ ਪੁਲਿਸ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਾਂ ਫਿਰ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਪੰਜਾਬ ਪੁਲਿਸ ਦੇ ਐਗਜ਼ਾਮ ਦੇ ਵਿੱਚ ਕੰਪਿਊਟਰ 5 ਨੰਬਰ ਦਾ ਆਉਣਾ ਹੈ। ਠੀਕ ਹੈ, ਤੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਦਾ ਲਿੰਕ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਇੱਕ ਐਕਸਲ ਵਰਕਬੁੱਕ ਕਿਸ ਦਾ ਸੰਗ੍ਰਹਿ ਹੁੰਦਾ ਹੈ? ਜ਼ਿਆਦਾਤਰ ਸਟੂਡੈਂਟ ਇਸ ਦਾ ਆਨਸਰ ਲਗਾਉਂਦੇ ਆ ਕਲੈਕਸ਼ਨ ਆਫ ਵਰਕਸ਼ੀਟ, ਜਿਹੜਾ ਕਿ ਬਿਲਕੁਲ ਗਲਤ ਹੁੰਦਾ। ਦੇਖੋ ਐਕਸਲ ਆ ਜਿਹੜਾ, ਮੰਨ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਲੈ ਕੇ ਸਮਝਾਉਂਦੀ ਹਾਂ। ਮੰਨ ਲਓ ਮੇਰੀ ਕੋਈ ਕੰਪਨੀ ਆ, ਮੈਂ ਗੱਡੀਆਂ ਸੇਲ ਕਰਦੀ ਹਾਂ ਅਤੇ ਮੈਂ ਆਪਣੇ ਬੌਸ ਨੂੰ ਡਿਟੇਲ ਦੇਣੀ ਆ ਕਿ ਮੈਂ ਜਨਵਰੀ ਦੇ ਵਿੱਚ ਇੰਨੀਆਂ ਗੱਡੀਆਂ ਸੇਲ ਕੀਤੀਆਂ, ਫਰਵਰੀ 'ਚ ਇੰਨੀਆਂ, ਮਾਰਚ ਦੇ ਵਿੱਚ ਇੰਨੀਆਂ। ਠੀਕ ਹੈ, ਇੰਨੀ ਸੇਲ ਕੀਤੀ ਆ ਮੈਂ। ਹੁਣ ਮੈਂ ਇਕੱਲੇ ਦਿਨ ਦੀ ਡਿਟੇਲ ਤਾਂ ਨਹੀਂ ਦੱਸਾਂਗੀ ਕਿ ਮੈਂ ਇੱਕ ਦਿਨ 'ਚ ਇੰਨੀਆਂ ਵੇਚੀਆਂ ਗੱਡੀਆਂ, 10 ਵੇਚੀਆਂ ਜਾਂ 15 ਵੇਚੀਆਂ। ਮੈਂ ਕੀ ਕਰੂੰਗੀ, ਇੱਕ ਚਾਰਟ ਕ੍ਰੀਏਟ ਕਰੂੰਗੀ ਅਤੇ ਉਸ ਦੇ ਵਿੱਚ ਸਾਰਾ ਜਿਹੜਾ ਡਾਟਾ ਵਾ ਉਹ ਰੱਖ ਦੂੰਗੀ। ਠੀਕ ਹੈ, ਅਤੇ ਉਸ ਤੋਂ ਮੈਂ ਕੀ ਹੋ ਗਿਆ, ਇੱਕ ਮਤਲਬ ਕਿ ਵਰਕਸ਼ੀਟ ਹੋ ਗਈ ਰੋਅ ਅਤੇ ਕਾਲਮ ਤੋਂ ਬਣਾਉਂਗੀ ਮੈਂ। ਉਹ ਜਿਹੜੀ ਵਰਕਸ਼ੀਟ ਬਣੂਗੀ ਉਹਦੇ ਵਿੱਚ ਚਾਰਟ ਵੀ ਵਰਤੇ ਜਾਂਦੇ ਆ, ਵਰਕਸ਼ੀਟਸ ਵੀ ਵਰਤੀਆਂ ਜਾਂਦੀਆਂ ਨੇ। ਠੀਕ ਹੈ, ਅਲੱਗ-ਅਲੱਗ ਵੇ ਹੁੰਦਾ ਵਾ ਹਰੇਕ ਚੀਜ਼ ਨੂੰ ਬਣਾਉਣ ਦਾ। ਤਾਂ ਇਸ ਦਾ ਮਤਲਬ ਕੀ ਆ ਕਿ ਜਿਹੜੀ ਵਰਕ ਬੁੱਕ ਆ ਉਹ ਕਲੈਕਸ਼ਨ ਆ ਵਰਕਸ਼ੀਟ ਐਂਡ ਚਾਰਟਸ ਦੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਇਸ ਦਾ ਤੁਸੀਂ ਹੁਣ ਯਾਦ ਰੱਖਣਾ ਕਿ ਇੱਕ ਐਕਸਲ ਵਰਕ ਬੁੱਕ ਕਿਸ ਦਾ ਸੰਗ੍ਰਹਿ ਹੁੰਦੀ ਆ? ਵਰਕਸ਼ੀਟ ਐਂਡ ਚਾਰਟ ਦਾ ਸੰਗ੍ਰਹਿ ਹੁੰਦੀ ਆ। ਜ਼ਿਆਦਾਤਰ ਸਟੂਡੈਂਟ ਵਰਕਸ਼ੀਟ ਲਾ ਕੇ ਆਉਂਦੇ ਆ, ਜਿਹੜਾ ਕਿ ਗਲਤ ਆ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਸਿੱਧ ਡੌਸ ਆਧਾਰਿਤ ਸਪਰੈਡਸ਼ੀਟ ਪੈਕੇਜ ਹੈ? ਹਾਂਜੀ, ਡੌਸ ਆਧਾਰਿਤ, ਵੈਸੇ ਡੌਸ ਆ ਜਿਹੜਾ ਉਹ ਵਿੰਡੋਵੇਸ ਹੁੰਦਾ, ਵਿੰਡੋਵੇਸ। ਠੀਕ ਹੈ, ਜਿਵੇਂ ਅਸੀਂ ਗੱਲ ਕਰਦੇ ਹਾਂ ਇਹ ਇੱਕ ਸਪਰੈਡਸ਼ੀਟ ਦੀ ਤਰ੍ਹਾਂ ਹੀ ਹੁੰਦਾ ਵਾ। ਪਰ ਅਸੀਂ ਕਿਹਦੀ ਗੱਲ ਕਰ ਰਹੇ ਹਾਂ ਕਿ ਉਹਨੇ ਪੁੱਛਿਆ ਵਾ ਹੇਠ ਲਿਖਿਆਂ ਵਿੱਚੋਂ ਕਿਹੜਾ ਡੌਸ ਆਧਾਰਿਤ ਸਪਰੈਡਸ਼ੀਟ ਪੈਕੇਜ ਹੈ? ਤਾਂ ਉਹ ਹੈਗਾ ਲੋਟਸ 1 2 3। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਮਤਲਬ ਕੀ ਆ ਕਿ ਪਹਿਲਾਂ ਡੌਸ ਵਰਤਿਆ ਜਾਂਦਾ ਸੀ। ਠੀਕ ਹੈ, ਹੁਣ ਅਸੀਂ ਐਕਸਲ ਵਰਤਦੇ ਹਾਂ, ਪਹਿਲਾਂ ਡੌਸ ਵਰਤਿਆ ਜਾਂਦਾ ਸੀ। ਉਹ ਇੱਕ ਸਪਰੈਡਸ਼ੀਟ ਦੀ ਤਰ੍ਹਾਂ ਹੁੰਦਾ ਸੀ ਅਤੇ ਉਸ ਦੇ ਵਿੱਚ ਲੋਟਸ 1 2 3 ਵਰਤੇ ਜਾਂਦੇ ਸੀ। ਮਤਲਬ ਹੁਣ ਅਸੀਂ ਐਕਸਲ ਯੂਜ਼ ਕਰਦੇ ਹਾਂ ਅਤੇ ਪਹਿਲਾਂ ਲੋਟਸ 1 2 3 ਯੂਜ਼ ਕਰਦੇ ਸੀ। ਐਕਸਲ ਆ ਜਿਹੜਾ ਇਹ ਮਾਈਕਰੋਸਾਫਟ ਆਫਿਸ ਦੇ ਵਿੱਚ ਆਇਆ ਸੀ। ਹਾਂਜੀ, ਅਗਲਾ ਪ੍ਰਸ਼ਨ। ਸੌਫਟਵੇਅਰ ਉਪਭੋਗਤਾ ਨੂੰ ਟੈਕਸਟ ਟਾਈਪ ਕਰਨ ਦੀ ਬਜਾਏ ਕੰਪਿਊਟਰ ਵਿੱਚ ਬੋਲਣ ਦੀ ਇਜਾਜ਼ਤ ਦਿੰਦਾ ਹੈ। ਹਾਂਜੀ, ਸੌਫਟਵੇਅਰ ਉਪਭੋਗਤਾ ਨੂੰ ਟੈਕਸਟ ਟਾਈਪ ਕਰਨ ਦੀ ਬਜਾਏ ਕੰਪਿਊਟਰ ਵਿੱਚ ਬੋਲਣ ਦੀ ਇਜਾਜ਼ਤ ਦਿੰਦਾ, ਉਸ ਦਾ ਨਾਮ ਕੀ ਆ? ਤੁਹਾਡੇ ਸਾਹਮਣੇ ਆ ਬਿਲਕੁਲ। ਤਾਂ ਇਹ ਤੁਸੀਂ ਦੇਖ ਸਕਦੇ ਹੋ। ਟੈਕਸਟ ਕਈ ਵਾਰੀ ਕਰਦੇ ਹਾਂ। ਠੀਕ ਹੈ, ਕਈ ਵਾਰ ਕੀ ਕਰਦੇ ਹਾਂ ਅਸੀਂ ਕਿ ਸਿੱਧਾ ਹੀ ਮਾਈਕ ਦੇ ਵਿੱਚ ਬੋਲ ਦਿੰਦੇ ਹਾਂ। ਠੀਕ ਹੈ, ਮਾਈਕ ਦੇ ਵਿੱਚ ਜਦੋਂ ਅਸੀਂ ਬੋਲਦੇ ਹਾਂ ਤਾਂ ਉਸ ਦੇ ਵਿੱਚ ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ? ਸਪੀਚ ਰਿਕੋਗਨੀਸ਼ਨ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਦੇਖੋ ਇੱਕ ਚਲੋ ਅੱਗੇ ਕਰਦੇ ਹਾਂ ਗੱਲ, ਜਦੋਂ ਕੋਈ ਐਕਸਟਰਾ ਫੈਕਟ ਦੱਸਣ ਲਈ ਆਇਆ। ਠੀਕ ਹੈ, ਇਸ ਤਰ੍ਹਾਂ ਬਹੁਤ ਸਾਰੇ ਸਟੂਡੈਂਟਸ ਵੀਡੀਓ ਫਿਰ ਬੋਰਿੰਗ ਵੀ ਲੱਗਦੀ ਆ। ਅੱਗੇ ਦੇਖੋ, ਕਿਹੜਾ ਪ੍ਰਿੰਟਰ ਇੰਪੈਕਟ ਪ੍ਰਿੰਟਰ ਦੀ ਕਿਸਮ ਦਾ ਹੈ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਪ੍ਰਿੰਟਰ ਇੰਪੈਕਟ ਪ੍ਰਿੰਟਰ ਦੀ ਕਿਸਮ ਦਾ ਹੈ? ਤਾਂ ਉਹ ਪ੍ਰਿੰਟਰ ਆ ਜੀ ਡਾਟ ਮੈਟ੍ਰਿਕਸ ਪ੍ਰਿੰਟਰ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਹੁਣ ਦੇਖੋ, ਜੇਕਰ ਅਸੀਂ ਗੱਲ ਕਰੀਏ ਪੇਜ ਪ੍ਰਿੰਟਰ ਦੀ, ਪੇਜ ਪ੍ਰਿੰਟਰ ਇੱਕ ਇੰਪੈਕਟ ਪ੍ਰਿੰਟਰ ਨਹੀਂ ਗਾ, ਇਹ ਇੱਕ ਲੇਜ਼ਰ ਪ੍ਰਿੰਟਰ ਆ। ਅਤੇ ਹੁਣ ਜਿਵੇਂ ਅਸੀਂ ਗੱਲ ਕਰਦੇ ਹਾਂ ਡਾਟ ਮੈਟ੍ਰਿਕਸ ਪ੍ਰਿੰਟਰ ਦੀ, ਇਹ ਕਿਹੜੇ ਹੁੰਦੇ ਆ? ਜਿਵੇਂ ਤੁਸੀਂ ਰੇਲਵੇ ਸਟੇਸ਼ਨ ਗਏ ਹੋਵੋਗੇ ਕਈ ਵਾਰ। ਦੇਖੋ, ਰੇਲਵੇ ਸਟੇਸ਼ਨ ਦੇ ਵਿੱਚ ਜਿਵੇਂ ਇੱਕ ਰੇਲਵੇ ਟਿਕਟ ਮਿਲਦੀ ਆ, ਉਸ ਦੇ ਵਿੱਚ ਕੀ ਇੱਕ ਡਾਟ ਡਾਟ ਤੁਸੀਂ ਦੇਖਿਆ ਹੋਣਾ, ਟਿਕਟ ਦੇ ਉੱਪਰ ਡਾਟ ਲੱਗੇ ਹੋਏ ਇੱਕ ਸਾਈਨ ਬਣਿਆ ਹੁੰਦਾ ਵਾ, ਅਤੇ ਉਹਨੂੰ ਅਸੀਂ ਕੀ ਬੋਲਦੇ ਹਾਂ? ਡਾਟ ਮੈਟ੍ਰਿਕ ਪ੍ਰਿੰਟਰ। ਇਹ ਜਿਹੜਾ ਪ੍ਰਿੰਟਰ ਆ, ਮੈਂ ਤੁਹਾਨੂੰ ਇਮੇਜ ਦੇ ਵਿੱਚ ਦਿਖਾਉਂਦੀ ਹਾਂ ਕਿ ਇਸ ਤਰ੍ਹਾਂ ਦਾ ਹੁੰਦਾ ਇਹ ਪ੍ਰਿੰਟਰ। ਠੀਕ ਹੈ, ਇਹ ਜਿਹੜਾ ਪ੍ਰਿੰਟਰ ਹੈ ਇਸ ਤਰ੍ਹਾਂ ਦਾ ਹੁੰਦਾ, ਅਤੇ ਇਹ ਪ੍ਰਿੰਟਰ ਬੈਂਕਾਂ, ਡਾਕਖਾਨਿਆਂ ਦੇ ਵਿੱਚ, ਰੇਲਵੇ ਸਟੇਸ਼ਨ 'ਤੇ ਯੂਜ਼ ਹੁੰਦਾ ਵਾ। ਠੀਕ ਹੈ ਜੀ, ਨੈਕਸਟ ਕੁਐਸਚਨ। ਹਾਂਜੀ, ਜਿਪ ਇੱਕ ਡੈਸ਼ ਫਾਈਲ ਹੈ। ਜਿਪ ਇੱਕ ਕਿਹੜੀ ਫਾਈਲ ਆ? ਜਿਪ ਇੱਕ ਜੇ ਬੋਲ ਸਕਦੇ ਹਾਂ ਅਸੀਂ ZIP, ਕਿਹੜੀ ਫਾਈਲ ਆ? ਇੱਕ ਕੰਪਰੈਸਡ ਫਾਈਲ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਅਤੇ ਇਸ ਨੂੰ ਹੀ ਜਿਪ ਫਾਈਲ ਕਿਹਾ ਜਾਂਦਾ। ਠੀਕ ਹੈ ਜੀ, ਨੈਕਸਟ ਕੁਐਸਚਨ। ਵਾਇਰਸਾਂ ਦਾ ਕੀ ਨਾਮ ਹੈ ਜੋ ਉਪਭੋਗਤਾ ਨੂੰ ਉਪਯੋਗੀ ਐਪਲੀਕੇਸ਼ਨਾਂ ਦਾ ਦਿਖਾਵਾ ਕਰਕੇ ਡਾਊਨਲੋਡ ਕਰਨ ਜਾਂ ਚਲਾਉਣ ਲਈ ਮੂਰਖ ਬਣਾਉਂਦੇ ਆ?
ਹਾਂਜੀ ਜਿਹੜੇ ਵਾਇਰਸ ਹੁੰਦੇ ਆ ਉਹ ਕੀ ਕਰਦੇ ਆ, ਉਹਨਾਂ ਦਾ ਉਹਨੇ ਪੁੱਛਿਆ ਕੀ ਨਾਮ ਆ ਜੋ ਉਪਭੋਗਤਾ ਨੂੰ ਉਪਯੋਗੀ ਐਪਲੀਕੇਸ਼ਨਾਂ ਦਾ ਦਿਖਾਵਾ ਕਰਕੇ ਡਾਊਨਲੋਡ ਕਰਨ ਜਾਂ ਚਲਾਉਣ ਲਈ ਮੂਰਖ ਬਣਾਉਂਦੇ ਆ। ਤਾਂ ਉਹ ਹੈ ਜੀ ਟਰੋਜਨ ਹਾਰਸ। ਆਪਸ਼ਨ ਨੰਬਰ 3 ਇਜ਼ ਦਾ ਰਾਈਟ ਆਨਸਰ। ਹਾਂਜੀ ਇੱਥੇ ਉਹ ਵਾਲੇ ਵਾਇਰਸ ਦੀ ਗੱਲ ਹੋ ਰਹੀ ਆ ਜਿਹੜੇ ਕਿ ਦੇਖਣ ਨੂੰ ਤਾਂ ਬਹੁਤ ਜ਼ਿਆਦਾ ਹੈਲਪਫੁਲ ਸੌਫਟਵੇਅਰ ਲੱਗਦੇ ਆ, ਪਰ ਉਹਨਾਂ ਵਿੱਚ ਕੋਈ ਨਾ ਕੋਈ ਮਾਲਵੇਅਰ ਹੁੰਦਾ ਵਾ, ਜਾਣੀ ਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਦਾਂ ਦਾ ਮਾਲਵੇਅਰ ਹੁੰਦਾ ਵਾ ਜਿਸ ਦੇ ਨਾਲ ਕੀ ਆ ਉਹ ਸਾਡਾ ਸਾਰਾ ਡਾਟਾ ਹੀ ਡਿਲੀਟ ਕਰ ਦਿੰਦੇ ਆ ਜਾਂ ਹੈਕ ਕਰ ਲੈਂਦੇ ਆ, ਜਿਸ ਦਾ ਨਾਮ ਆ ਟਰੋਜਨ ਹਾਰਸ। ਆਪਸ਼ਨ ਨੰਬਰ 3 ਇਜ਼ ਦਾ ਰਾਈਟ ਆਨਸਰ। ਮਤਲਬ ਇਹ ਉਹ ਵਾਇਰਸ ਆ ਜਿਹੜਾ ਦੇਖਣ ਨੂੰ ਹੈਲਪਫੁਲ ਲੱਗਦਾ ਵਾ ਪਰ ਇਹ ਅਸਲ ਦੇ ਵਿੱਚ ਇੱਕ ਮਾਲਵੇਅਰ ਹੁੰਦਾ ਵਾ। ਹੁਣ ਇਹਦਾ ਨਾਮ ਟਰੋਜਨ ਹਾਰਸ ਕਿਉਂ ਦਿੱਤਾ? ਵੈਸੇ ਤਾਂ ਤੁਸੀਂ ਕਹਿੰਦੇ ਹੁੰਦੇ ਆ ਕਿ ਸਾਨੂੰ ਐਕਸਟਰਾ ਫੈਕਟ ਨਾ ਦੱਸੇ ਜਾਣ ਤਾਂ ਜੋ ਸਾਡਾ ਟਾਈਮ ਨਾ ਖਰਾਬ ਹੋਵੇ, ਪਰ ਇਸ ਦੇ ਨਾਲ ਰਿਲੇਟਡ ਮੈਂ ਜ਼ਰੂਰ ਦੱਸਣਾ ਚਾਹੁੰਦੀ ਹਾਂ, ਜਿਵੇਂ ਜਿਸ ਦੇ ਬਾਰੇ ਬਹੁਤ ਜ਼ਿਆਦਾ ਪਤਾ ਹੁੰਦਾ ਨਾ ਤਾਂ ਦੱਸੇ ਬਿਨਾਂ ਰਿਹਾ ਨਹੀਂ ਜਾਂਦਾ। ਜਿਵੇਂ ਟਰੋਜਨ ਹਾਰਸ ਦਾ ਕੀ ਮਤਲਬ ਹੈ, ਇੱਥੇ ਕੀ ਹਿਸਟਰੀ ਆ ਉਹਦੀ? ਅਸਲ ਦੇ ਵਿੱਚ ਇਹ ਇੱਕ ਸਟੋਰੀ ਆ, ਇੱਕ ਲੱਕੜ ਦਾ ਘੋੜਾ ਸੀ ਜਿਸ ਨੂੰ ਯੂਨਾਨੀਆਂ ਨੇ ਬਣਾਇਆ ਸੀ ਟਰੋਜਨ ਦੇ ਯੁੱਧ ਸਮੇਂ। ਟਰੋਏ ਸ਼ਹਿਰ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਸੀ ਯੂਨਾਨੀ, ਪਰ ਉਹਨਾਂ ਨੇ ਦਾਖਲ ਹੋਣ ਦੇ ਲਈ ਇੱਕ ਇਹ ਸਕੀਮ ਬਣਾਈ ਸੀ ਕਿ ਉਹਨਾਂ ਨੇ ਲੱਕੜ ਦਾ ਘੋੜਾ ਬਣਾ ਲਿਆ ਜਿਸ ਦੇ ਵਿੱਚ ਸਾਰੀ ਦੀ ਸਾਰੀ ਫੌਜ ਬੈਠ ਗਈ ਸੀ, ਤੇ ਉਹਨਾਂ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਅਸੀਂ ਸਾਰੇ ਹਾਰ ਗਏ ਅਤੇ ਹੁਣ ਅਸੀਂ ਤੁਹਾਨੂੰ ਆਪਣਾ ਟਰੋਜਨ ਘੋੜਾ ਦੇਣਾ ਚਾਹੁੰਦੇ ਹਾਂ। ਇਹ ਦੇਖ ਕੇ ਵਿਰੋਧੀ ਧਿਰ ਬਹੁਤ ਖੁਸ਼ ਹੋਇਆ ਕਿ ਇਹ ਘੋੜਾ ਉਹਨਾਂ ਦੇ ਬਹੁਤ ਕੰਮ ਦਾ ਵਾ, ਪਰ ਅਸਲ ਦੇ ਵਿੱਚ ਉਹ ਉਹਨਾਂ ਦੇ ਲਈ ਨੁਕਸਾਨਦਾਇਕ ਸੀ। ਤਾਂ ਉਹ ਤਾਂ ਬਹੁਤ ਖੁਸ਼ ਹੋਏ ਕਿ ਸਾਡੇ ਬਹੁਤ ਹੈਲਪਫੁਲ ਆ, ਪਰ ਅਸਲ ਦੇ ਵਿੱਚ ਉਸ ਦੇ ਵਿੱਚ ਯੂਨਾਨੀਆਂ ਦੀ ਫੌਜ ਬੈਠੀ ਸੀ ਜਿਹੜੀ ਕਿਸੇ ਨਾ ਕਿਸੇ ਬਹਾਨੇ ਟਰੋਏ ਸ਼ਹਿਰ ਦੇ ਵਿੱਚ ਦਾਖਲ ਹੋਣਾ ਚਾਹੁੰਦੀ ਸੀ। ਇਸ ਲਈ ਇਹ ਵਾਇਰਸ ਵੀ ਇਦਾਂ ਦਾ ਵਾ ਜਿਹੜਾ ਕਿ ਦੇਖਣ ਲਈ ਤਾਂ ਬਹੁਤ ਹੈਲਪਫੁਲ ਲੱਗਦਾ, ਪਰ ਇਹ ਕਿਸੇ ਨਾ ਕਿਸੇ ਬਹਾਨੇ ਸਾਡੇ ਕੰਪਿਊਟਰ ਦੇ ਵਿੱਚ ਨੁਕਸਾਨਦਾਇਕ ਹੁੰਦਾ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਪੋਸਟ ਸਟੈਂਡਸ ਫੋਰ। ਹਾਂਜੀ ਪੋਸਟ ਦਾ ਕੀ ਅਰਥ ਆ? ਪੋਸਟ ਜਦੋਂ ਅਸੀਂ ਦੇਖੋ ਬਾਇਓ ਸੈਟਿੰਗ ਚੱਲਦੀ ਆ, ਜਦੋਂ ਮਤਲਬ ਕਿ ਬਾਇਓ ਸੈਟਿੰਗ ਚੱਲਦੀ ਆ, ਕੰਪਿਊਟਰ ਚੈੱਕ ਕਰਦਾ ਹੈ ਕਿ ਰੈਮ ਅਟੈਚ ਆ, ਹੈਡਫੋਨ ਅਟੈਚ ਆ, ਮੈਮਰੀ ਸਹੀ ਚ ਕੰਮ ਕਰ ਰਹੀ ਹੈ, ਠੀਕ ਹੈ, ਜਾਂ ਫਿਰ ਕੀਬੋਰਡ ਆ ਜਿਹੜਾ ਇਹ ਸਭ ਅਟੈਚ ਹੈ, ਇਹ ਸਭ ਚੈੱਕ ਕਰਦਾ ਕੰਪਿਊਟਰ। ਉਸ ਨੂੰ ਅਸੀਂ ਬੋਲਦੇ ਹਾਂ ਪੋਸਟ, ਜਾਣੀ ਕਿ ਪਾਵਰ ਔਨ ਸੈਲਫ ਟੈਸਟ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਐਕਸਲ ਵਿੱਚ ਕਿਰਿਆਸ਼ੀਲ ਸੈੱਲ ਦੀਆਂ ਸਮੱਗਰੀਆਂ ਵਿੱਚ ਪ੍ਰਦਰਸ਼ਿਤ ਹੁੰਦੀਆਂ ਹਨ। ਹਾਂਜੀ ਐਕਸਲ ਦੇ ਵਿੱਚ ਕਿਰਿਆਸ਼ੀਲ ਸੈੱਲ ਦੀਆਂ ਸਮੱਗਰੀਆਂ ਵਿੱਚ ਪ੍ਰਦਰਸ਼ਿਤ ਹੁੰਦੀਆਂ ਹਨ। ਕੀ ਹੁੰਦੀਆਂ ਨੇ? ਫਾਰਮੂਲਾ ਬਾਰ। ਆਪਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ। ਹੁਣ ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ ਵੀ ਫਾਰਮੂਲਾ ਬਾਰ। ਦੇਖੋ ਜਿਵੇਂ ਇੱਥੇ 1 2 3 ਟਾਈਪ ਕਰਦੀ ਹਾਂ, ਠੀਕ ਹੈ, 1 2 3 ਟਾਈਪ ਕਰੂੰਗੀ ਤਾਂ ਉੱਪਰ ਜੋ ਬਾਕਸ ਬਣਿਆ ਹੋਇਆ ਉਸ ਦੇ ਵਿੱਚ ਵੀ 1 2 3 ਦਿਖਾਏਗਾ। ਤਾਂ ਇਸ ਦਾ ਮਤਲਬ ਐਕਸਲ ਵਿੱਚ ਕਿਰਿਆਸ਼ੀਲ ਸੈੱਲ ਦੀਆਂ ਸਮੱਗਰੀਆਂ ਵੀ ਪ੍ਰਦਰਸ਼ਿਤ ਹੁੰਦੀਆਂ ਨੇ। ਕਿੱਥੇ ਹੁੰਦੀਆਂ ਨੇ? ਫਾਰਮੂਲਾ ਬਾਰ ਦੇ ਵਿੱਚ। ਹਾਂਜੀ ਅਗਲਾ ਪ੍ਰਸ਼ਨ, VGA ਇਜ਼। ਹਾਂਜੀ VGA ਇਜ਼, VGA ਕੀ ਹੈ ਇਹਨਾਂ ਦੇ ਵਿੱਚੋਂ? ਤਾਂ ਆਪਣੇ ਆਪ ਹੀ ਆਪਸ਼ਨ ਤਾਂ ਤੁਹਾਡੇ ਸਾਹਮਣੇ ਹਾਈਲਾਈਟ ਹੋ ਚੁੱਕੀ ਆ, ਵੀਡੀਓ ਗ੍ਰਾਫਿਕਸ ਐਰੇ ਆ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਹੁਣ ਦੇਖੋ ਇੱਕ ਹੁੰਦਾ ਵਾ ਵਿਜ਼ੂਅਲ ਡਿਸਪਲੇ ਯੂਨਿਟ, ਠੀਕ ਹੈ, ਉਸ ਦਾ ਮਤਲਬ ਹੁੰਦਾ ਵਾ ਮੋਨੀਟਰ। ਹੁਣ ਅਸੀਂ ਗੱਲ ਕੀਤੀ ਆ ਵੀਡੀਓ ਗ੍ਰਾਫਿਕਸ ਐਰੇ ਦੀ। ਹੁਣ CPU ਨੂੰ ਮੈਂ ਮੋਨੀਟਰ ਨਾਲ ਅਟੈਚ ਕਰਨਾ ਚਾਹੁੰਦੀ ਹਾਂ, ਸੋਚ ਕੇ ਚੱਲੋ ਤੁਸੀਂ, CPU ਨੂੰ ਮੈਂ ਮੋਨੀਟਰ ਨਾਲ ਅਟੈਚ ਕਰਨਾ ਚਾਹੁੰਦੀ ਹਾਂ ਤੇ ਇਸ ਲਈ ਇੱਕ ਤਾਰ ਦੀ ਲੋੜ ਪੈਂਦੀ ਆ, ਜਾਣੀ ਕਿ ਇੱਕ ਕੇਬਲ ਦੀ। ਜਿਹੜੀ ਉਹ ਕੇਬਲ ਵਰਤੀ ਜਾਂਦੀ ਹੈ ਨਾ ਉਸ ਨੂੰ VGA ਬੋਲਦੇ ਆ, ਤੇ VGA ਮਤਲਬ ਵੀਡੀਓ ਗ੍ਰਾਫਿਕਸ ਐਰੇ, ਠੀਕ ਹੈ ਜੀ। ਇਹ CPU ਅਤੇ ਮੋਨੀਟਰ ਨੂੰ ਜੋੜਨ ਦਾ ਕੰਮ ਕਰਦੀ ਆ। ਹਾਂਜੀ ਅਗਲਾ ਪ੍ਰਸ਼ਨ, ਫਾਰਮੈਟ ਪੇਂਟਰ ਦੀ ਵਰਤੋਂ ਵਾਰ-ਵਾਰ ਕਰਨ ਲਈ ਕੀ ਕਰਨਾ ਚਾਹੀਦਾ ਹੈ? ਹਾਂਜੀ ਫਾਰਮੈਟ ਪੇਂਟਰ ਦੀ ਜਿਹੜੀ ਵਰਤੋਂ ਆ ਅਸੀਂ ਜਦੋਂ ਬਾਰ-ਬਾਰ ਕਰਨੀ ਆ ਤਾਂ ਸਾਨੂੰ ਕੀ ਕਰਨਾ ਚਾਹੀਦਾ ਵਾ? ਡਬਲ ਕਲਿਕਿੰਗ ਦਾ ਫਾਰਮੈਟ ਪੇਂਟਰ ਬਟਨ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਹਾਂਜੀ ਅਗਲਾ ਪ੍ਰਸ਼ਨ ਕਰਦੇ ਹਾਂ ਅਸੀਂ, ਲਾਈਟ ਪੈਨ ਕੀ ਹੈ? ਦੇਖੋ ਲਾਈਟ ਪੈਨ ਤੁਸੀਂ ਦੇਖਿਆ ਹੋਣਾ, ਲਾਈਟ ਪੈਨ ਹੈ ਜਿਹੜਾ ਟੱਚ ਸਕਰੀਨ ਤੇ ਯੂਜ਼ ਹੁੰਦਾ ਵਾ, ਇੱਕ ਪੈਨ। ਜਿਵੇਂ ਮੈਂ ਲਿਖ ਰਹੀ ਹਾਂ ਇਸ ਤਰ੍ਹਾਂ, ਇਹ ਵੀ ਤਾਂ ਇੱਕ ਪੈਨ ਹੀ ਹੈ ਜੋ ਮੈਂ ਯੂਜ਼ ਕਰ ਰਹੀ ਹਾਂ, ਠੀਕ ਹੈ, ਇਸ ਨੂੰ ਅਸੀਂ ਬੋਲਦੇ ਹਾਂ ਲਾਈਟ ਪੈਨ। ਜਿਵੇਂ ਮੈਂ ਵੀ ਪੈਨ ਯੂਜ਼ ਕਰ ਰਹੀ ਹਾਂ, ਠੀਕ ਹੈ, ਤੇ ਇਹਨੂੰ ਅਸੀਂ ਕੀ ਬੋਲਦੇ ਹਾਂ? ਆਪਟੀਕਲ ਇਨਪੁਟ ਡਿਵਾਈਸ ਹੈ ਇਹ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, CD-ROM ਸਟੈਂਡਸ ਫॉर। ਹਾਂਜੀ CD-ROM ਦਾ ਕੀ ਅਰਥ ਹੈ ਇੱਥੇ? ਦੇਖੋ CD-ROM ਦਾ ਜ਼ਿਆਦਾਤਰ ਸਟੂਡੈਂਟਸ CD ਗੋਲ ਹੁੰਦੀ ਆ ਤਾਂ ਸਰਕੂਲਰ ਕੰਪੈਕਟ ਡਿਸਕ ਲਾ ਕੇ ਆਉਂਦੇ ਆ, ਜਿਹੜਾ ਕਿ ਗਲਤ ਹੋ ਜਾਂਦਾ। CD-ROM ਦਾ ਇੱਥੇ ਅਰਥ ਆ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ। ਆਪਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ, ਹਾਂਜੀ ਅੱਗੇ ਤੁਹਾਨੂੰ ਪੁੱਛਿਆ ਗਿਆ ਵਾਇਰਸ ਦਾ ਪੂਰਾ ਨਾਮ ਕੀ ਆ? ਵਾਇਰਸ ਦਾ ਪੂਰਾ ਨਾਮ ਕੀ ਆ?
ਵਾਇਰਸ ਦਾ ਪੂਰਾ ਨਾਮ ਆ ਵਿਟਲ ਇਨਫੋਰਮੇਸ਼ਨ ਰਿਸੋਰਸਸ ਅੰਡਰ ਸੀਜ਼। ਆਪਸ਼ਨ ਨੰਬਰ 3 ਇਜ਼ ਦਾ ਰਾਈਟ ਆਂਸਰ। ਸੀਜ਼ ਦਾ ਮਤਲਬ ਹੁੰਦਾ ਕਾਬੂ ਕਰਨਾ, ਕੰਟਰੋਲ ਕਰਨਾ, ਮਤਲਬ ਵਾਇਰਸ ਸਾਡੇ ਕੰਪਿਊਟਰ ਦੇ ਵਿੱਚ ਜੋ ਡਾਟਾ ਹੁੰਦਾ ਉਹ ਆਪਣੇ ਕਾਬੂ ਦੇ ਵਿੱਚ ਕਰ ਲੈਂਦਾ ਵਾ। ਠੀਕ ਹੈ ਜੀ। ਹਾਂਜੀ ਨੈਕਸਟ ਕੁਐਸਚਨ, IPv6 ਨੂੰ ਕਿਸ ਨੰਬਰ ਸਿਸਟਮ ਵਿੱਚ ਦਰਸਾਇਆ ਜਾਂਦਾ ਹੈ? ਦੇਖੋ ਤੁਸੀਂ, ਇੱਕ ਹੁੰਦੀ ਆ IPv4, ਠੀਕ ਹੈ, ਇੱਕ ਹੁੰਦੀ ਆ IPv4 ਤੇ ਇੱਕ ਹੁੰਦੀ ਆ IPv6। ਜਿਹੜੀ IPv4 ਹੁੰਦੀ ਹੈ ਇਸ ਦੇ ਵਿੱਚ 32 ਬਿਟ ਲੌਂਗ ਹੁੰਦਾ ਵਾ, ਠੀਕ ਹੈ, 32 ਬਿਟ ਲੌਂਗ ਹੁੰਦਾ ਵਾ। ਤੇ ਜਿਹੜਾ IPv6 ਹੁੰਦਾ ਇਹ 128 ਬਿਟ ਲੌਂਗ ਹੁੰਦਾ, ਜਾਣੀ ਕਿ 128 ਬਿਟ ਲੌਂਗ ਹੁੰਦਾ। ਤੇ ਜਿਹੜਾ IPv4 ਬੋਲਿਆ ਮੈਂ ਇਹ ਵਾਲਾ, ਠੀਕ ਹੈ, 32 ਬਿਟ ਲੌਂਗ ਹੁੰਦਾ, ਇਹ ਡੈਸੀਮਲ ਫਾਰਮੈਟ ਦੇ ਵਿੱਚ ਹੁੰਦਾ, ਡੈਸੀਮਲ ਫਾਰਮੈਟ ਦੇ ਵਿੱਚ। ਪਰ ਜੋ IPv6 ਆ ਇਹ ਹੈਕਸਾਡੈਸੀਮਲ ਫਾਰਮੈਟ ਦੇ ਵਿੱਚ ਹੁੰਦਾ। ਆਪਸ਼ਨ ਨੰਬਰ 1 ਇਜ਼ ਦਾ ਰਾਈਟ ਆਂਸਰ। ਹਾਂਜੀ ਨੈਕਸਟ ਕੁਐਸਚਨ, ਹਾਂਜੀ IPv6 ਕਦੋਂ ਲਾਂਚ ਹੋਇਆ ਸੀ? IPv6 ਕਦੋਂ ਲਾਂਚ ਹੋਇਆ ਸੀ? 6 ਜੂਨ 2012 ਦੇ ਵਿੱਚ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਤੁਸੀਂ ਦੇਖੋ ਸਭ ਤੋਂ ਪਹਿਲਾਂ ਦੇਖੋ, ਜਿਵੇਂ ਆਪਾਂ ਚਲੋ ਆਈਫੋਨ ਦੀ ਗੱਲ ਕਰੀਏ, ਪਹਿਲਾਂ ਦੇਖੋ ਜਿਵੇਂ ਪਹਿਲਾਂ 6 ਆਇਆ, ਫਿਰ 7, ਫਿਰ ਮਤਲਬ ਆਏ ਤਾਂ ਕਾਫੀ ਜ਼ਿਆਦਾ ਵਾ, ਆਪਾਂ 6 ਤੋਂ ਸਟਾਰਟ ਕਰ ਲਿਆ, 6 7 8, ਫਿਰ ਹੁਣ ਦੇਖੋ 10 12 11 ਤੋਂ ਬਾਅਦ 12 ਵੀ ਆ ਗਿਆ, ਹੁਣ 13 ਵੀ ਆ ਗਿਆ। ਠੀਕ ਹੈ, ਇਸ ਤਰ੍ਹਾਂ ਆਈਫੋਨ ਦੀ ਸੀਰੀਜ਼ ਚੱਲ ਰਹੀ ਆ ਜੀ। ਮਤਲਬ ਕਿ ਜੋ ਵੀ ਨਵੀਂ ਲਾਂਚ ਹੁੰਦੀ ਆ, ਮਤਲਬ ਨਵਾਂ ਮਾਡਲ ਲਾਂਚ ਹੁੰਦਾ ਵਾ, ਤਾਂ ਉਸ ਦੇ ਵਿੱਚ ਕੀ ਆ ਕਿ ਕੋਈ ਨਾ ਕੋਈ ਐਕਸਟਰਾ ਫੀਚਰ ਐਡ ਕੀਤੀ ਜਾਂਦੀ ਆ। ਸੇਮ ਇਸੇ ਤਰ੍ਹਾਂ ਕੀ ਸੀ IPv4 ਸੀ, ਠੀਕ ਹੈ, ਇਸ ਦੇ ਵਿੱਚ ਕੀ ਸੀ, ਪਹਿਲੀ ਵਾਰੀ ਤਾਂ ਇਹ ਵਰਜਨ ਆਈ ਸੀਗੀ, IPv4 ਆਇਆ ਸੀ ਇਹ ਵਰਜਨ। ਫਿਰ ਉਸ ਤੋਂ ਬਾਅਦ ਇੱਕ ਫੀਚਰ ਐਡ ਕੀਤੀ ਗਈ ਆ ਕਿ IPv ਐਡਰੈਸ ਦੇ ਵਿੱਚ ਹੁਣ ਅਸੀਂ IPv ਐਡਰੈਸ ਵੀ ਜਨਰੇਟ ਕਰ ਸਕਦੇ ਹਾਂ। ਤੇ ਇਹ ਜਦੋਂ ਫੀਚਰ ਐਡ ਕੀਤੀ ਗਈ, ਇਸ ਦਾ ਨਾਮ ਦਿੱਤਾ ਗਿਆ IPv6 ਤੇ ਇਸ ਨੂੰ ਨਾਮ ਕੀ ਦਿੱਤਾ? IPv6 ਕਦੋਂ ਲਾਂਚ ਹੋਇਆ? 6 ਜੂਨ 2012 ਦੇ ਵਿੱਚ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਹਾਂਜੀ, ਅੱਗੇ ਉਹਨੇ ਪੁੱਛਿਆ VoIP ਦਾ ਮਤਲਬ ਕੀ ਆ? VoIP ਦਾ ਮਤਲਬ ਕੀ ਆ? ਦੇਖੋ ਪਹਿਲਾਂ ਅਸੀਂ ਟੈਲੀਫੋਨ ਦੀ ਗੱਲ ਕਰਦੇ ਸੀ, ਆਪਸ਼ਨ ਤਾਂ ਤੁਹਾਡੇ ਸਾਹਮਣੇ ਹਾਈਲਾਈਟ ਹੋਈ ਗਈ ਆ। ਪਹਿਲਾਂ ਅਸੀਂ PoIP ਦਾ ਮਤਲਬ ਪਹਿਲਾਂ ਅਸੀਂ ਟੈਲੀਫੋਨ ਦੀ ਵਰਤੋਂ ਕਰਦੇ ਸੀ, ਉਸ ਦੇ ਵਿੱਚ ਅਸੀਂ ਕੀ ਕਰਦੇ ਸੀ, ਸਿਰਫ ਆਪਸ ਦੇ ਵਿੱਚ ਗੱਲਾਂ ਕਰਦੇ ਸੀ। ਬਟ ਜਦੋਂ ਦਾ ਇੰਟਰਨੈਟ ਆਇਆ, ਹੁਣ ਅਸੀਂ ਵੀਡੀਓ ਚੈਟ ਵੀ ਕਰਦੇ ਹਾਂ, ਵੀਡੀਓ ਕਾਲ ਵੀ ਕਰਦੇ ਹਾਂ। ਠੀਕ ਹੈ ਜੀ, ਵੌਇਸ ਮਤਲਬ ਕਿ ਵੀਡੀਓ ਕਾਲ ਵੀ ਕਰਦੇ ਹਾਂ। ਤੇ ਇਸ ਦਾ ਮਤਲਬ ਕੀ ਬਣ ਰਿਹਾ ਵਾ? ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ, ਆਪਸ਼ਨ ਸੀ। ਠੀਕ ਹੈ ਜੀ, ਨੈਕਸਟ ਕੁਐਸਚਨ। ਹਾਂਜੀ, ਕਾਪੀਰਾਈਟ ਚਿੰਨ੍ਹ ਬਣਾਉਣ ਲਈ ਤੁਸੀਂ ਕਿਹੜੀ ਸ਼ਾਰਟਕਟ ਕੁੰਜੀ ਨੂੰ ਦਬਾ ਸਕਦੇ ਹੋ? ਕਾਪੀਰਾਈਟ ਚਿੰਨ੍ਹ ਤੁਸੀਂ ਦੇਖਿਆ ਹੋਣਾ, C ਟਾਈਪ ਬਣਿਆ ਹੁੰਦਾ, ਹੇਠਾਂ ਲਿਖਿਆ ਹੁੰਦਾ ਕਾਪੀਰਾਈਟ ਰੈੱਡ ਕਲਰ ਦੇ ਵਿੱਚ। ਠੀਕ ਹੈ, ਤੇ ਕਾਪੀਰਾਈਟ ਚਿੰਨ੍ਹ ਬਣਾਉਣ ਲਈ ਤੁਸੀਂ ਕਿਹੜੀ ਸ਼ਾਰਟਕਟ ਕੁੰਜੀ ਨੂੰ ਦਬਾਉਂਦੇ ਹੋ? Alt + Ctrl + C। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਪਰ ਜ਼ਿਆਦਾਤਰ ਤੁਹਾਨੂੰ ਹੋ ਸਕਦਾ Ctrl + Alt + C ਮਿਲੇ, ਤਾਂ ਉਸ ਦਾ ਵੀ ਰਾਈਟ ਆਂਸਰ ਹੋਵੇਗਾ। ਕੰਟਰੋਲ ਚਾਹੇ ਅੱਗੇ ਹੋਵੇ ਚਾਹੇ ਪਿੱਛੇ ਹੋਵੇ, ਉਹਦਾ ਕੋਈ ਫਰਕ ਨਹੀਂ ਪੈਂਦਾ। ਠੀਕ ਹੈ, Ctrl + Alt + C। ਹਾਂਜੀ, ਨੈਕਸਟ ਕੁਐਸਚਨ। ਸਲਾਈਡਾਂ ਨੂੰ ਪੇਸ਼ ਕਰਨ ਲਈ ਵਰਤੇ ਜਾਣ ਵਾਲੇ ਵਿਸ਼ੇਸ਼ ਪ੍ਰਭਾਵਾਂ ਨੂੰ ਕੀ ਕਿਹਾ ਜਾਂਦਾ? ਹਾਂਜੀ, ਜਦੋਂ ਸਲਾਈਡਾਂ ਨੂੰ ਪੇਸ਼ ਕਰਦੇ ਹਾਂ, ਤੁਸੀਂ ਦੇਖਿਆ ਹੋਣਾ ਸਲਾਈਡ ਐਨੀਮੇਸ਼ਨਸ ਸੁਣਿਆ ਹੋਣੇ ਆ। ਠੀਕ ਹੈ, ਪਰ ਜਦੋਂ ਅਸੀਂ ਸਲਾਈਡ ਨੂੰ ਪੇਸ਼ ਕਰਦੇ ਹਾਂ ਤਾਂ ਵਰਤੇ ਜਾਣ ਵਾਲੇ ਜਿਹੜੇ ਵਿਸ਼ੇਸ਼ ਪ੍ਰਭਾਵ ਉਹਨਾਂ ਨੂੰ ਕੀ ਬੋਲਦੇ ਆ? ਟਰਾਂਸਜੇਸ਼ਨ ਬੋਲਦੇ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਹੁਣ ਜੇਕਰ ਮੈਂ ਤੁਹਾਨੂੰ ਸਲਾਈਡ ਦੇ ਵਿੱਚ ਕੋਈ ਇਫੈਕਟ ਪਾਵਾਂ, ਜੇਕਰ ਮੈਂ ਸਲਾਈਡ ਦੇ ਵਿੱਚ ਕੋਈ ਇਫੈਕਟ ਪਾਉਂਦੀ ਹਾਂ ਤਾਂ ਉਸ ਨੂੰ ਅਸੀਂ ਕੀ ਬੋਲਦੇ ਹਾਂ? ਟਰਾਂਸਜੇਸ਼ਨ ਬੋਲਦੇ ਹਾਂ। ਜੇ ਮੈਂ ਟੈਕਸਟ ਦੇ ਵਿੱਚੋਂ ਪਾ ਦੇਵਾਂ ਤਾਂ ਉਹਨੂੰ ਅਸੀਂ ਐਨੀਮੇਸ਼ਨ ਬੋਲਦੇ ਹਾਂ। ਦੋਨਾਂ ਗੱਲਾਂ ਦਾ ਅਲੱਗ-ਅਲੱਗ ਮੀਨਿੰਗ ਹੈ, ਧਿਆਨ ਰੱਖਿਓ। ਹਾਂਜੀ, ਨੈਕਸਟ ਕੁਐਸਚਨ। ਪਾਵਰ ਪੁਆਇੰਟ ਵਿੱਚ ਇੱਕ ਮੋਸ਼ਨ ਪਾਥ ਕੀ ਹੈ? ਹਾਂਜੀ, ਪਾਵਰ ਪੁਆਇੰਟ ਦੇ ਵਿੱਚ ਇੱਕ ਮੋਸ਼ਨ ਪਾਥ ਕੀ ਹੁੰਦਾ? ਪਾਵਰ ਪੁਆਇੰਟ ਦੇ ਵਿੱਚ ਇੱਕ ਮੋਸ਼ਨ ਪਾਥ ਕੀ ਹੁੰਦਾ ਵਾ? ਜਦੋਂ ਅਸੀਂ ਕਿਸੇ ਆਬਜੈਕਟ ਨੂੰ ਸਲਾਈਡ ਉੱਪਰ ਮੂਵ ਕਰਵਾਉਣਾ ਹੋਵੇ ਤਾਂ ਉਸ ਲਈ ਅਸੀਂ ਮੋਸ਼ਨ ਪਾਥ ਵਰਤਦੇ ਹਾਂ। ਤੇ ਉਹ ਕੀ ਹੁੰਦਾ? ਅ ਮੈਥਡ ਆਫ ਮੂਵਿੰਗ ਆਈਟਮ ਔਨ ਅ ਸਲਾਈਡ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ। ਦੇਖ ਸਕਦੇ ਹੋ ਅੱਗੇ ਤੁਸੀਂ, ਇੱਕ ਸਲਾਈਡ ਦੀ ਇੱਕ ਹੋਰ ਕਾਪੀ ਬਣਾਉਣ ਲਈ ਸਭ ਤੋਂ ਵਧੀਆ ਤਰੀਕਾ ਕੀ ਆ? ਹਾਂਜੀ, ਇੱਕ ਸਲਾਈਡ ਦੀ ਇੱਕ ਹੋਰ ਕਾਪੀ ਬਣਾਉਣ ਦੇ ਲਈ ਸਭ ਤੋਂ ਵਧੀਆ ਤਰੀਕਾ ਕੀ ਆ?
ਤਾਂ ਦੇਖੋ ਜੇਕਰ ਅਸੀਂ ਕੰਟਰੋਲ ਪਲੱਸ ਏ ਕਰਾਂਗੇ ਤਾਂ ਸਾਰੀਆਂ ਹੀ ਜਿੰਨੀਆਂ ਪਈਆਂ ਵਾ ਸਲਾਈਡਸ ਸਾਡੇ ਕੋਲ ਉਹ ਸਾਰੀਆਂ ਹੀ ਕੀ ਹੋ ਜਾਣਗੀਆਂ, ਕਾਪੀ ਹੋ ਜਾਣਗੀਆਂ, ਸਾਰੀਆਂ ਸਲਾਈਡਸ ਕਾਪੀ ਹੋ ਜਾਣਗੀਆਂ, ਮਤਲਬ ਇਹ ਤਾਂ ਨਹੀਂ ਆਵੇਗਾ। ਉਹਨੇ ਕੀ ਪੁੱਛਿਆ ਵਾ ਸਾਨੂੰ ਕਿ ਇੱਕ ਸਲਾਈਡ ਦੀ ਇੱਕ ਹੋਰ ਕਾਪੀ ਬਣਾਉਣ ਲਈ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ, ਤਾਂ ਉਹ ਹੈ ਫਰੋਮ ਇਨਸਰਟ ਮੈਨੂ ਚੂਜ਼ ਡੁਪਲੀਕੇਟ ਸਲਾਈਡ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜਾ ਈਮੇਲ ਪਤੇ ਦਾ ਸਹੀ ਫਾਰਮੈਟ ਆ। ਹਾਂਜੀ ਈਮੇਲ ਪਤਾ ਤੁਹਾਨੂੰ ਪਤਾ ਹੈ ਨੇਮ ਐਟ ਦੀ ਰੇਟ, ਨੇਮ ਐਟ ਦੀ ਰੇਟ, ਨੇਮ ਮਤਲਬ ਮੰਨ ਲਓ ਇੱਥੇ ਮੈਂ ABC ਲਿਖ ਲਿਆ, ਫਿਰ ਉਸ ਤੋਂ ਬਾਅਦ ਹੁੰਦਾ ਐਟ ਦੀ ਰੇਟ, ਫਿਰ gmail.com, ਪਰ ਇਹ ਤਾਂ ਜਰਨਲ ਗੱਲ ਦੇ ਵਿੱਚ ਆ ਜਾਂਦਾ, ਮਤਲਬ ਜੇ ਅਸੀਂ ਜਰਨਲ ਦੇ ਵਿੱਚ ਗੱਲ ਕਰੀਏ ਤਾਂ ਇਹ ਐਡਰੈਸ ਹੁੰਦਾ ਵਾ gmail.com ਵਾਲਾ, ਠੀਕ ਹੈ। ਪਰ ਬਹੁਤ ਸਾਰੀਆਂ ਕੰਪਨੀਆਂ ਵਾ ਜੋ ਆਪਣੇ ਅਲੱਗ-ਅਲੱਗ ਫਾਰਮੈਟ ਰੱਖਦੀਆਂ ਨੇ ਤਾਂ ਉਹ ਕੀ ਵਰਤਦੀਆਂ ਨੇ, ਨੇਮ ਐਟ ਦੀ ਰੇਟ ਵੈਬਸਾਈਟ .info। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ, ਲੌਗਇਨ ਨਾਮ ਅਤੇ ਪਾਸਵਰਡ ਦੀ ਤਸਦੀਕ ਨੂੰ ਡੈਸ਼ ਕਿਹਾ ਜਾਂਦਾ ਹੈ। ਹਾਂਜੀ ਲੌਗਇਨ ਨਾਮ ਅਤੇ ਪਾਸਵਰਡ ਦੀ ਜੋ ਤਸਦੀਕ ਹੁੰਦੀ ਆ ਤਾਂ ਉਸ ਨੂੰ ਕੀ ਬੋਲਿਆ ਜਾਂਦਾ ਹੈ, ਉਸ ਨੂੰ ਬੋਲਦੇ ਆ ਔਥੈਂਟੀਕੇਸ਼ਨ। ਆਪਸ਼ਨ ਨੰਬਰ D ਇਜ਼ ਦਾ ਰਾਈਟ ਆਂਸਰ। ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ। ਹਾਂਜੀ ਅੱਗੇ ਉਹਨਾਂ ਨੇ ਤੁਹਾਨੂੰ ਪੁੱਛਿਆ ਹੈ ਇਸ ਦੇ ਵਿੱਚ, ਹਾਂਜੀ ਇਸ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਹੈ ਬਾਈ ਮਿਸਟੇਕ, ਥੋੜੀ ਜਿਹੀ ਮਿਸਟੇਕ ਇਸ ਦੇ ਵਿੱਚ ਗਲਤ ਟਾਈਪ ਹੋਇਆ ਹੋਇਆ ਹੈ। ਪੇਜ ਮਾਰਜਨ ਨੂੰ ਸੈੱਟ ਕਰਨ ਲਈ ਅਸੀਂ ਕਿਸ ਦੀ ਵਰਤੋਂ ਕਰਦੇ ਹਾਂ, ਪੇਜ ਮਾਰਜਨ ਨੂੰ ਸੈੱਟ ਕਰਨ ਦੇ ਲਈ ਅਸੀਂ ਰੂਲਰ ਦੀ ਵਰਤੋਂ ਕਰਦੇ ਹਾਂ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ, ਭਾਰਤ ਵਿੱਚ ਪਹਿਲਾ ਸੁਪਰ ਕੰਪਿਊਟਰ ਕਿਸ ਨੇ ਵਿਕਸਿਤ ਕੀਤਾ। ਹਾਂਜੀ ਭਾਰਤ ਵਿੱਚ ਪਹਿਲਾ ਸੁਪਰ ਕੰਪਿਊਟਰ CDEC ਨੇ ਵਿਕਸਿਤ ਕੀਤਾ। CDEC ਮਤਲਬ ਸੈਂਟਰ ਫॉर द ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ, ਅੱਗੇ ਤੁਹਾਨੂੰ ਪੁੱਛਿਆ ਗਿਆ ਹੈ ਜੀ ਉਸ ਦੇ ਵਿੱਚ, ਹਾਂਜੀ ਟੈਥਰਿੰਗ ਦੀ ਕਿਸ ਨੂੰ ਕਿਹਾ ਜਾਂਦਾ ਹੈ, ਟੈਥਰਿੰਗ ਕਿਸ ਨੂੰ ਬੋਲਿਆ ਜਾਂਦਾ ਹੈ, ਤਾਂ ਇਹ ਬੋਲਿਆ ਜਾਂਦਾ ਹੈ ਪਰਸਨਲ ਹੌਟਸਪੌਟ ਨੂੰ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। ਪਰਸਨਲ ਹੌਟਸਪੌਟ ਨੂੰ ਬੋਲਿਆ ਜਾਂਦਾ ਟੈਥਰਿੰਗ ਨੈਟਵਰਕ, ਜਾਣੀ ਕਿ ਜਿਸ ਏਰੀਆ ਦੇ ਵਿੱਚ ਕਿਸੇ ਪਰਟੀਕੂਲਰ ਨੈਟਵਰਕ ਦੀ ਰੇਂਜ ਆਉਂਦੀ ਆ, ਠੀਕ ਹੈ ਜੀ। ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਵਟ ਡਜ਼ SSL ਸਟੈਂਡਸ ਫॉर। ਹਾਂਜੀ SSL ਕੀ ਹੈ, ਸਿਕਿਉਰ ਸੌਕੇਟ ਲੇਅਰ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਹੇਠਾਂ ਦਿੱਤੇ ਸਿਧਾਂਤਾਂ ਵਿੱਚੋਂ GPS ਕਿਸ ਤੇ ਆਧਾਰਿਤ ਹੈ। ਹਾਂਜੀ GPS ਕਿਸ ਤੇ ਆਧਾਰਿਤ ਹੈ ਇਹਨਾਂ ਦੇ ਵਿੱਚੋਂ, ਦੇਖੋ ਜੋ GPS ਆ ਉਹ ਪਣਡੁੱਬੀ ਦੇ ਵਿੱਚ ਵੀ ਚੱਲਦਾ ਵਾ, ਠੀਕ ਹੈ, ਐਰੋਪਲੇਨ ਦੇ ਵਿੱਚ ਵੀ ਚੱਲਦਾ ਵਾ, ਤੇ GPS ਕਿਸ ਤੇ ਆਧਾਰਿਤ ਆ, ਟ੍ਰਾਈਲੈਟਰੇਸ਼ਨ ਤੇ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। ਇਹ ਲੋਕੇਸ਼ਨ ਟਰੇਸ ਕਰਨ ਵਾਂਗ ਹੀ ਕੰਮ ਕਰਦਾ ਵਾ, ਜਿਵੇਂ ਬੋਲ ਸਕਦੇ ਹਾਂ ਅਸੀਂ ਲੋਕੇਸ਼ਨ ਟਰੇਸ ਕਰਨੀ ਆ, ਠੀਕ ਹੈ। ਪਰ ਤੁਸੀਂ ਕੀ ਇਸ ਦੇ ਵਿੱਚ ਕੀ ਆ ਕਿ ਅਸੀਂ ਇਸ ਦੇ ਵਿੱਚ ਡਿਸਟੈਂਸ ਵੀ ਮੈਜ਼ਰ ਕਰ ਸਕਦੇ ਹਾਂ, ਠੀਕ ਹੈ। ਇਸ ਦੇ ਵਿੱਚ ਇਹ ਬੜੀ ਵਧੀਆ ਫੀਚਰ ਕਹਿ ਸਕਦੇ ਹਾਂ ਅਸੀਂ ਕਿ ਡਿਸਟੈਂਸ ਵੀ ਮੈਜ਼ਰ ਕਰ ਸਕਦੇ ਹਾਂ। ਦੇਖੋ ਅਸੀਂ ਇਹ ਦੱਸਦਾ ਵਾ ਕਿ ਅਸੀਂ ਧਰਤੀ ਤੋਂ ਕਿੰਨੀ ਕੁ ਦੂਰ ਆ ਜਾਂ ਉੱਪਰ ਆ, ਧਰਤੀ ਤੋਂ ਕਿੰਨੀ ਕੁ ਉੱਪਰ ਆ, ਧਰਤੀ ਦੇ ਕਿੰਨਾ ਕੁ ਹੇਠਾਂ ਵਾ, ਠੀਕ ਹੈ ਜੀ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, 3G ਮੋਬਾਈਲ ਨੈਟਵਰਕ ਵਿੱਚ ਕਿਹੜੀ ਮਲਟੀਪਲ ਐਕਸੈਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਆ। 3G ਮੋਬਾਈਲ ਨੈਟਵਰਕ ਵਿੱਚ ਕਿਹੜੀ ਮਲਟੀਪਲ ਐਕਸੈਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਆ, ਕੋਡ ਡਿਵੀਜ਼ਨ ਦੀ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ। 3G ਮੋਬਾਈਲ ਕੋਡ ਡਿਵੀਜ਼ਨ ਜਿਹੜਾ ਮਤਲਬ ਕਿ 3G ਮੋਬਾਈਲ ਦੇ ਵਿੱਚ ਵੀ ਕੋਡ ਡਿਵੀਜ਼ਨ ਦੀ ਹੀ ਵਰਤੋਂ ਕੀਤੀ ਜਾਂਦੀ ਹੈ, ਤੇ ਇਹੀ ਤੁਹਾਨੂੰ ਪੁੱਛਿਆ ਗਿਆ ਇੱਥੇ, ਠੀਕ ਹੈ ਜੀ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਬਲੂਟੁੱਥ ਟੈਕਨੋਲੋਜੀ ਦਾ ਨਾਮ ਹੇਠ ਲਿਖੇ ਕਿਹੜੇ ਰਾਜੇ ਦੇ ਨਾਮ ਉੱਪਰ ਰੱਖਿਆ ਗਿਆ। ਹਾਂਜੀ ਬਲੂਟੁੱਥ ਟੈਕਨੋਲੋਜੀ ਦਾ ਨਾਮ ਹੇਠ ਲਿਖੇ ਕਿਹੜੇ ਰਾਜੇ ਦੇ ਨਾਮ ਉੱਪਰ ਰੱਖਿਆ ਗਿਆ, ਹਾਰਲਡ ਦੇ ਉੱਪਰ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ। ਇੱਕ ਰਾਜਾ ਵਾ ਜਿਸ ਦਾ ਨਾਮ ਸੀ ਹਾਰਲਡ ਬਲੂਟੁੱਥ, ਤੇ ਇਹਨਾਂ ਨੇ ਅਸਲ ਦੇ ਵਿੱਚ ਦੋ ਜਾਣੀ ਕਿ ਕਹਿ ਸਕਦੇ ਹਾਂ ਨਾਰਵੇ ਅਤੇ ਡੈਨਮਾਰਕ ਨੂੰ ਇਕੱਠਾ ਕੀਤਾ ਸੀ ਆਪਣੇ ਕਿੰਗਡਮ ਦੇ ਅੰਦਰ, ਠੀਕ ਹੈ। ਹੁਣ ਇਹਨਾਂ ਨੇ ਦੋ ਮਤਲਬ ਕਿ ਨਾਰਵੇ ਅਤੇ ਡੈਨਮਾਰਕ ਨੂੰ ਇਕੱਠਾ ਕੀਤਾ ਸੀ, ਤਾਂ ਇਸੇ ਤਰ੍ਹਾਂ ਬਲੂਟੁੱਥ ਵੀ ਦੋ ਚੀਜ਼ਾਂ ਨੂੰ ਜੋੜਨ ਦਾ ਕੰਮ ਕਰਦਾ ਵਾ, ਤੇ ਬਲੂਟੁੱਥ ਦਾ ਨਾਮ ਹਾਰਲਡ ਬਲੂਟੁੱਥ ਦੇ ਨਾਮ ਤੇ ਹੀ ਰੱਖਿਆ ਗਿਆ, ਠੀਕ ਹੈ। ਹਾਰਲਡ ਬਲੂਟੁੱਥ ਹੀ ਇਹਨਾਂ ਦਾ ਨਾਮ ਸੀ, ਇਹ ਤੁਸੀਂ ਯਾਦ ਰੱਖਣਾ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ। ਹਾਂਜੀ ਅਗਲਾ ਪ੍ਰਸ਼ਨ, SMP S ਦਾ ਪੂਰਾ ਨਾਮ ਕੀ ਆ। SMP S ਦਾ ਪੂਰਾ ਨਾਮ ਆ
स्विच मोड पावर सप्लाई। ऑप्शन नंबर ए इज़ द राइट आंसर। हाँ जी, अगला प्रश्न असी करते हैं, हेठ लिखियां विचों ਕਿਹੜਾ ਰੇਡੀਓ ਸਿਗਨਲ 1G ਨੈਟਵਰਕ ਦੁਆਰਾ ਵਰਤੇ ਜਾਂਦੇ ਹਨ। ਹਾਂਜੀ ਦੇਖੋ 1G ਨੈਟਵਰਕ ਜਦੋਂ ਆਇਆ ਸੀ ਨਾ ਤਾਂ ਉਸ ਦੇ ਵਿੱਚ ਨੈਟਵਰਕ ਜਿਹੜਾ ਵਰਤਿਆ ਜਾਂਦਾ ਸੀ ਉਹ ਵਰਤਿਆ ਜਾਂਦਾ ਸੀਗਾ ਐਨਾਲੌਗ ਸਿਗਨਲ ਠੀਕ ਹੈ, ਆ ਤੁਹਾਨੂੰ ਦਿਖ ਰਿਹਾ ਵਾ। ਤੇ ਉਸ ਤੋਂ ਬਾਅਦ ਲੈ ਕੇ ਹੁਣ ਤੱਕ ਯਾਨੀ ਕਿ 2G ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ 1G ਤੋਂ ਬਾਅਦ 2G ਅਤੇ 5G ਵਿੱਚ 2G ਤੋਂ ਲੈ ਕੇ 5G ਤੱਕ ਹੁਣ ਤੱਕ ਡਿਜੀਟਲ ਸਿਗਨਲ ਚੱਲ ਰਿਹਾ ਵਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਤੇ ਡਿਜੀਟਲ ਸਿਗਨਲ 0 ਅਤੇ 1 ਦੀ ਫਾਰਮ ਦੇ ਵਿੱਚ ਹੁੰਦਾ। ਕਿਹਦੀ ਫਾਰਮ ਦੇ ਵਿੱਚ ਹੁੰਦਾ? 0 ਅਤੇ 1 ਦੀ ਫਾਰਮ ਦੇ ਵਿੱਚ, ਕੁਛ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਹਾਂਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਕਿਹੜਾ ਮਾਲਵੇਅਰ ਅੱਜ ਦੀ ਡਿਸਟ੍ਰੀਬਿਊਟਡ ਡੈਨੀਅਲ ਆਫ ਸਰਵਿਸ ਕਰਨ ਲਈ ਜ਼ਿੰਮੇਵਾਰ ਹੈ? ਜੋ ਕਿਹੜਾ ਮਾਲਵੇਅਰ ਆ ਤਾਂ ਉਹ ਮਾਲਵੇਅਰ ਆ ਜੀ ਬੋਟਨੈਟਸ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ, ਵੈਬ ਪੇਜਾਂ ਨੂੰ ਲਿਖਣ ਲਈ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਵਰਤਿਆ ਜਾਂਦਾ ਹੈ? ਹਾਂਜੀ, ਵੈਬ ਪੇਜ ਨੂੰ ਲਿਖਣ ਦੇ ਲਈ ਇਹਨਾਂ ਦੇ ਵਿੱਚੋਂ HTML ਵਰਤਿਆ ਜਾਂਦਾ ਹੈ। ਵੈਰੀ ਇੰਪੋਰਟੈਂਟ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। HTML ਜਾਣੀ ਕਿ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਨੈਕਸਟ ਕੁਐਸਚਨ, ਬਲੂਟੂਥ ਡਿਵਾਈਸਾਂ ਵਿਚਕਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਲੌਜੀਕਲ ਲਿੰਕ ਸਥਾਪਿਤ ਕਰਨ ਲਈ ਜ਼ਿੰਮੇਵਾਰ ਹੈ? ਹਾਂਜੀ, ਬਲੂਟੂਥ ਡਿਵਾਈਸਾਂ ਵਿਚਕਾਰ ਲਿੰਕ ਮੈਨੇਜਰ ਪ੍ਰੋਟੋਕਾਲ ਲੌਜੀਕਲ ਲਿੰਕ ਸਥਾਪਿਤ ਕਰਨ ਲਈ ਜ਼ਿੰਮੇਵਾਰ ਆ। ਆਪਸ਼ਨ ਨੰਬਰ ਇਸ ਦੇ ਵਿੱਚ ਡੀ ਆਪਸ਼ਨ ਰਾਈਟ ਆ, ਠੀਕ ਹੈ, ਲਿੰਕ ਵਾਲੀ। ਨੈਕਸਟ ਕੁਐਸਚਨ, ਹਾਂਜੀ, ਬਲੂਟੂਥ ਘੱਟ ਐਨਰਜੀ ਕਿਸ ਕਿਸਮ ਦੀਆਂ ਡਿਵਾਈਸਾਂ ਲਈ ਤਿਆਰ ਕੀਤੀ ਗਈ ਹੈ? ਹਾਂਜੀ, ਬਲੂਟੂਥ ਘੱਟ ਐਨਰਜੀ ਕਿਸ ਕਿਸਮ ਲੋ ਐਨਰਜੀ ਦੀ ਜਿਹੜੀ ਬਲੂਟੂਥ ਆ ਉਹ ਕਿਹੜੀਆਂ ਡਿਵਾਈਸਾਂ ਨੂੰ ਤਿਆਰ ਕਰਨ ਲਈ ਕੀਤੀ ਗਈ ਸੀ ਇਹਦੀ ਵਰਤੋਂ? ਤੇ ਇਸ ਦੀ ਵਰਤੋਂ ਕੀਤੀ ਗਈ ਸੀਗੀ ਜੀ ਕਿਹਨਾਂ ਲਈ ਕੀਤੀ ਗਈ ਸੀ? ਅਸੀਂ ਜੇਕਰ ਗੱਲ ਕਰੀਏ IoT ਡਿਵਾਈਸ ਦੇ ਲਈ ਕੀਤੀ ਗਈ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। IoT ਮਤਲਬ ਇੰਟਰਨੈਟ ਆਫ ਥਿੰਗ। ਹਾਂਜੀ, ਨੈਕਸਟ ਕੁਐਸਚਨ, ਵਟ ਇਜ਼ ਦਾ ਹਾਂਜੀ ਮੈਕ ਐਡਰੈਸ ਦਾ ਆਕਾਰ ਕੀ ਆ? ਮੈਕ ਐਡਰੈਸ ਦਾ ਜੋ ਆਕਾਰ ਆ ਉਹ ਕੀ ਆ? 48 ਬਿਟਸ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਇਸ ਤੋਂ ਇਲਾਵਾ ਮੈਕ ਦੀ ਫੁੱਲ ਫਾਰਮ ਤੁਸੀਂ ਦੱਸਣੀ ਹੋਵੇਗੀ ਕਮੈਂਟ ਬਾਕਸ ਦੇ ਵਿੱਚ। ਹਾਂਜੀ, ਨੈਕਸਟ ਕੁਐਸਚਨ, ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਐਂਡਰੋਇਡ ਦਾ ਸੰਸਥਾਪਕ ਨਹੀਂ ਹੈ? ਹਾਂਜੀ, ਐਂਡਰੋਇਡ ਦਾ ਫਾਊਂਡਰ ਇਹਨਾਂ ਦੇ ਵਿੱਚੋਂ ਕੌਣ ਨਹੀਂ ਗਾ? ਸਟੀਵ ਜੌਬਸ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਸਟੀਵ ਜੌਬਸ ਜਿਹੜੇ ਇਹ ਐਪਲ ਦੇ ਫਾਊਂਡਰ ਆ, ਠੀਕ ਹੈ। ਤੇ ਐਂਡਰੋਇਡ ਦੇ ਫਾਊਂਡਰ ਕੌਣ ਆ? ਐਂਡੀ ਰੂਬਿਨ ਤੇ ਨਿਕ ਸੀਅਰਜ਼, ਇਸ ਤੋਂ ਇਲਾਵਾ ਕ੍ਰਿਸ਼ ਵਾਈਟ, ਠੀਕ ਹੈ। ਇਹ ਸਾਰੇ ਬਾਕੀ ਆ ਜਿਹੜੇ ਐਂਡਰੋਇਡ ਦੇ ਸੰਸਥਾਪਕ ਆ ਤੇ ਸਟੀਵ ਜੌਬਸ ਆ ਜਿਹੜੇ ਇਹ ਐਪਲ ਦੇ ਸੰਸਥਾਪਕ ਆ। ਹਾਂਜੀ, ਅਗਲਾ ਪ੍ਰਸ਼ਨ, IT ਐਕਟ ਦਾ ਕਿਹੜਾ ਸੈਸ਼ਨ ਆਮ ਤੌਰ ਤੇ ਅਨਅਧਿਕਾਰਿਤ ਪਹੁੰਚਾ ਕਰਨ ਕਾਰਨ ਹੋਣ ਵਾਲੇ ਆਮ ਜੁਰਮਾਂ ਨੂੰ ਕਵਰ ਕਰਦਾ ਹੈ? ਮੰਨ ਕੇ ਚਲੋ ਕਿ ਤੁਹਾਡੇ ਕੰਪਿਊਟਰ ਨੂੰ ਕੋਈ ਹੈਕ ਕਰਨ ਵਾਲਾ ਵਾ, ਠੀਕ ਹੈ, ਜਾਂ ਤੁਹਾਡਾ ਕੋਈ ਡਾਟਾ ਹੈਕ ਕਰਨ ਵਾਲਾ ਹੈ। ਜੇਕਰ ਤੁਹਾਨੂੰ ਉਹਦਾ ਪਤਾ ਲੱਗਦਾ ਹੈ ਤਾਂ ਤੁਸੀਂ ਉਸ ਦੀ ਜਿਹੜੀ ਰਿਪੋਰਟ ਆ ਉਹ ਸੈਕਸ਼ਨ 66 ਦੇ ਵਿੱਚ ਕਰ ਸਕਦੇ ਹੋ। ਤੇ ਸੈਕਸ਼ਨ 66 ਦੇ ਤਹਿਤ ਉਹਨੂੰ ਇੱਕ ਜੁਰਮ ਮੰਨ ਕੇ ਉਹਨਾਂ ਨੂੰ ਮਤਲਬ ਕਿ ਜੁਰਮ ਮੰਨਿਆ ਜਾਵੇਗਾ ਤੇ ਉਹ ਤੁਹਾਡਾ ਜਿਹੜਾ ਕਵਰ ਅਪ ਵੀ ਕੀਤਾ ਜਾਵੇਗਾ ਡਾਟਾ। ਆਪਸ਼ਨ ਨੰਬਰ ਏ ਇਸ ਦਾ ਰਾਈਟ ਆਂਸਰ ਹੈ, ਠੀਕ ਹੈ ਜੀ, ਇਸ ਦਾ ਧਿਆਨ ਰੱਖਣਾ। ਹਾਂਜੀ ਅੱਗੇ ਅਸੀਂ ਕਰਦੇ ਹਾਂ ਨੈਕਸਟ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਏਜੰਸੀ ਗਲੋਬਲ IP ਐਡਰੈਸ ਵੰਡ ਲਈ ਜ਼ਿੰਮੇਵਾਰ ਹੈ? ਹਾਂਜੀ, ਕਿਹੜੀ ਏਜੰਸੀ ਆ ਜਿਹੜੀ ਗਲੋਬਲ IP ਐਡਰੈਸ ਵੰਡ ਲਈ ਜ਼ਿੰਮੇਵਾਰ ਆ? IANA। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। IANA ਜਾਣੀ ਕਿ ਇੰਟਰਨੈਟ ਅਸਾਈਨਡ ਨੰਬਰ ਅਥਾਰਟੀ। ਜਿਵੇਂ ਅਸੀਂ ਆਪਣੇ ਮੋਬਾਈਲ ਨੰਬਰ ਸਾਡੇ ਮੋਬਾਈਲ ਨੰਬਰ ਆ ਜਿਹੜੇ ਸੇਮ ਨਹੀਂ ਹੁੰਦੇ, ਉਸੇ ਤਰ੍ਹਾਂ ਦੋ ਕੰਪਿਊਟਰ ਦੇ IP ਐਡਰੈਸ ਵੀ ਸੇਮ ਨਹੀਂ ਹੁੰਦੇ ਤੇ IP ਐਡਰੈਸ ਫਿਰ ਵੰਡ ਕੌਣ ਕਰਦਾ ਵਾ? IANA ਜਾਣੀ ਕਿ ਇੰਟਰਨੈਟ ਅਸਾਈਨਡ ਨੰਬਰ ਅਥਾਰਟੀ। ਉਸ ਤੋਂ ਇਲਾਵਾ ਤੁਹਾਨੂੰ ਫੁੱਲ ਫਾਰਮ ਤੁਹਾਨੂੰ ਲਿਖਿਆ ਦਿਖ ਰਿਹਾ ANSI, ਇਸ ਦੀ ਫੁੱਲ ਫਾਰਮ ਵੀ ਯਾਦ ਰੱਖਣਾ, ਸਟੂਡੈਂਟ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਆ ਤੁਹਾਡੇ ਲਈ। ਅਮੈਰੀਕਨ ਨੈਸ਼ਨਲ ਸਟੈਂਡਰਡ ਇੰਸਟੀਚਿਊਟ। IEEE ਦੀ ਫੁੱਲ ਫਾਰਮ ਆ ਇੰਸਟੀਚਿਊਟ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਇੰਜੀਨੀਅਰਿੰਗ। ਉਸ ਤੋਂ ਇਲਾਵਾ ਹਾਂਜੀ ਅੱਗੇ ਅਸੀਂ ਕਰਦੇ ਹਾਂ ਨੈਕਸਟ ਕੁਐਸਚਨ। ਹਾਂਜੀ, ਗੂਗਲ ਸਿੱਖ ਹੇਠ ਲਿਖਿਆਂ ਵਿੱਚੋਂ ਕਿਸ ਸੌਫਟਵੇਅਰ ਦੀ ਇੱਕ ਵਿਸ਼ੇਸ਼ਤਾ ਹੈ?
ਗੋਲਸ ਇੱਕ ਹੈ ਇਹ ਐਕਸਲ ਦੇ ਵਿੱਚ ਹੁੰਦਾ ਤੇ ਇਹ ਕਿਹੜੇ ਸੌਫਟਵੇਅਰ ਦੀ ਵਿਸ਼ੇਸ਼ਤਾ MS ਐਕਸਲ ਦੀ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਹਾਂਜੀ, ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।